सतनाम करता पुरख निरभव निर्वैर अकाल मूरत अजुनी सैभं गुरु प्रसाद जप आद सच जुगाद सच है पी सच नानक होसी पी सच तेरे कवना कवना गुण कह कह गावा तू साहिब गुणी निदाना तुम्हारी महिमा वर्ण न सका तू ठाकुर ऊच भगवाना तुम दाते ठाकुर प्रतिपालक नायक खसम हमारे निमख निमख तुम ही प्रतिपालहो हम बारिक तुमरे तारे जेहवा एक कवन गुण कहिए बेसुमार बेअंत स्वामी तेरो अंत न किन्ही लहिए कोट अपराध हमारे खंडहो अनक विधि समझावहो हम अज्ञान अल्प मत थोरी तुम आपन बिरद रखावहो तुम्हारी शरण तुम्हारी आशा तुम ही सज्जन सोहेले राखो राखन हार दयाला नानक करके गोले राखो राखन हार दयाला नानक करके गोले ज्यों बुलावह त्यों बोलह स्वामी कुदरत कवन हमारी साध संग नानक जस गायो जो प्रभु की अत प्यारी साध संग नानक जस गायो जो
ਪ੍ਰਭ ਕੀ ਅਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ। ਨਚ ਰਾਜ ਸੁਖ ਮਿਸ਼ਟੰ ਨਚ ਭੋਗ ਰਸ ਮਿਸ਼ਟੰ ਨਚ ਮਿਸ਼ਟੰ ਸੁਖ ਪਾਇਆ ਮਿਸ਼ਟੰ ਸਾਧ ਸੰਗ ਹਰਿ ਨਾਨਕ ਦਾਸ ਮਿਸ਼ਟੰ ਪ੍ਰਭ ਦਰਸਨੰ। ਲਗੜਾ ਸੋਨੇਹੋ ਮਨ ਮਝਾਹੂ ਰਤਿਆ ਵਿਦੜੋ ਸਚ ਥੋਕ ਨਾਨਕ ਮਿਠੜਾ ਸੋ ਧਣੀ ਪੌੜੀ। ਹਰ ਬਿਨ ਕਛੂ ਨ ਲਾਗਈ ਭਗਤਨ ਕੋ ਮੀਠਾ ਆਨ ਸਵਾਦ ਸਭ ਫੀਕਿਆ ਕਰ ਨਿਰਨਉ ਡੀਠਾ। ਅਗਿਆਨ ਪਰਮ ਦੁਖ ਕਟਿਆ ਗੁਰ ਭਏ ਬਸੀਠਾ ਚਰਨ ਕਮਲ ਮਨ ਬੇਦਿਆ ਜਿਉ ਰੰਗ ਮਜੀਠਾ। ਜਿਉ ਪ੍ਰਾਣ ਤਨ ਮਨ ਪ੍ਰਭੂ ਬਿਨਸੇ ਸਭ ਝੂਠਾ। ਨਚ ਰਾਜ ਸੁਖ ਮਿਸ਼ਟੰ ਨਚ ਭੋਗ ਰਸ ਮਿਸ਼ਟੰ ਨਚ ਮਿਸ਼ਟੰ ਸੁਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਹਰਾ ਜਹੂਰ ਹਾਜਰਾ ਹਜੂਰ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਨਕੱਤਿਆਂ ਦੀ ਗਤ ਨਿਆਸਰਿਆਂ ਦੇ ਆਸਰੇ। ਪਤਿਤ ਪਾਗਵਣ ਭਗਤ ਵਛਲ ਕਰੁਣਾ ਨਿਦਾਨ ਹਾਲਤ ਪਲਤ ਕੇ ਰਾਖੇ ਜਬਰ ਛਤਰ ਤਖਤਾਂ ਜੀ ਦੇ ਮਾਲਕ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸਾਹਿਬਾਂ ਦੀ ਪਾਵਨ ਪਵਿੱਤਰ ਜੀ ਦੀ ਹਜ਼ੂਰੀ ਅੰਦਰ ਜੋੜ ਮਿਲ ਕੇ ਬੈਠੇ ਸਤਸੰਗੀ ਜਨੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਬੜੀ ਕਿਰਪਾ ਹੋਈ ਹੈ। ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਸਜਣ ਦਾ ਸੁਭਾਗ ਸਮਾਂ ਬਖਸ਼ਿਆ ਹੈ। ਧੰਨ ਸੋ ਵੇਲਾ ਘੜੀ ਧੰਨ ਧੰਨ ਮੂਰਤ ਪਲਸਾਰ ਧੰਨ ਸੋ ਦਿਨਸ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ। ਮਨ ਕੀਆ ਇੱਛਾ ਪੂਰੀਆ ਹਰ ਪਾਇਆ ਅਗਮ ਅਪਾਰ। ਉਹ ਸਮਾਂ ਉਹ ਘੜੀ ਉਹ ਮੂਰਤ ਉਹ ਪਾਲ ਧੰਨਤਾ ਦੇ ਯੋਗ ਹੈ ਜਿਸ ਸਮੇਂ ਦੇ ਵਿੱਚ ਸਤਿਗੁਰੂ ਜੀ ਦੀ ਗੁਰਬਾਣੀ ਪੜ੍ਹ ਲਈ ਜਾਵੇ ਸਤਿਗੁਰੂ ਜੀ ਦੇ ਗੁਣ ਗਾਏ ਜਾਣ। ਸਮਾਂ ਤਾਂ ਗੁਰਮੁਖ ਪਿਆਰੇ ਸਤਿਗੁਰੂ ਜੀ ਨੇ ਹੋਰ ਵੀ ਬਹੁਤ ਜ਼ਿਆਦਾ ਬਖਸ਼ਿਆ ਹੈ ਪਰ ਜੋ ਧੰਨਤਾ ਦੇ ਯੋਗ ਹੈ ਜੋ ਸਮਾਂ ਸਫਲਾ ਹੈ ਉਹ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਜਿਸ ਸਮੇਂ ਦੇ ਵਿੱਚ ਸਤਿਗੁਰੂ ਜੀ ਦੇ ਦਰਸ਼ਨ ਹੋ ਜਾਣ
ਸਤਿਗੁਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜਣ ਦਾ ਸਮਾਂ ਮਿਲ ਜਾਵੇ ਸੁਭਾਗ, ਸ੍ਰੇਸ਼ਟ ਭਾਗ ਮਿਲ ਜਾਣ। ਉਹ ਘੜੀ, ਉਹ ਮੂਰਤ ਧਨ ਹੈ। ਸਤਿਗੁਰ ਮਹਾਰਾਜ ਜੀ ਨੇ ਆਪਣੀ ਪਾਵਨ ਪਵਿੱਤਰ ਗੁਰਬਾਣੀ ਅੰਦਰ ਫਰਮਾਨ ਦਿੱਤਾ ਹੈ, ਇਹ ਭਾਈ ਜੋ ਸੰਸਾਰ ਦੇ ਲੋਕ ਨੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਬਹੁਤੇ ਦੁਖੀ ਹੁੰਦੇ ਨੇ, ਪਰ ਜਦੋਂ ਗੁਰਮੁਖ ਪਿਆਰਿਓ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਦੀ ਮੌਤ ਕਿਵੇਂ ਹੁੰਦੀ ਹੈ, ਉਹ ਸਤਿਗੁਰੂ ਜੀ ਦੱਸਦੇ ਨੇ, ਆਖਾ ਜੀਵਾ ਵਿਸਰੈ ਮਰ ਜਾਓ। ਜੇ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਭੁੱਲ ਜਾਵੇ, ਵਾਹਿਗੁਰੂ ਪਰਮੇਸ਼ਰ ਵਿਸਰ ਜਾਵੇ, ਉਦੋਂ ਫਿਰ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਦੀ ਮੌਤ ਹੁੰਦੀ ਹੈ। ਤੇ ਅਜਿਹੇ ਪਿਆਰਿਆਂ ਦੀ, ਅਜਿਹੇ ਸਾਧੂਆਂ ਦੀ ਸੰਗਤ ਦੇ ਵਿੱਚ ਸਤਿਗੁਰ ਜੀ ਨੇ ਸਜਣ ਦਾ ਸੁਭਾਗ ਸਮਾਂ ਬਖਸ਼ਿਆ ਹੈ। ਆਓ ਇਸ ਸਮੇਂ ਦੇ ਵਿੱਚ ਸਤਿਗੁਰੂ ਜੀ ਦੇ ਗੁਣ ਗਾ ਕੇ ਸਤਿਗੁਰੂ ਜੀ ਨੂੰ ਸਿਮਰਨ ਕੇ, ਸਤਿਗੁਰੂ ਜੀ ਨੂੰ ਧਿਆ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ। ਜੋ ਵਾਹਿਗੁਰੂ ਪਰਮੇਸ਼ਰ ਨੂੰ ਦੇਵਤੇ, ਜਖ, ਕਿੰਨਰ ਆਦਿਕ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਨੇ, ਜਿਸ ਵਾਹਿਗੁਰੂ ਪਰਮੇਸ਼ਰ ਨੂੰ ਦੀਪ, ਲੋਹ, ਪਾਤਾਲ ਵੀ ਸਿਮਰਦੇ ਨੇ, ਅਜਿਹੇ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਣਾ ਕਰੀਏ। ਆਓ ਜਿਸ ਤਰ੍ਹਾਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਸਤਿਗੁਰੂ ਜੀ ਜੈਤ ਸ੍ਰੀ ਦੀ ਵਾਰ ਦੇ ਵਿੱਚ ਬਖਸ਼ਿਸ਼ਾਂ ਕਰਦੇ ਨੇ। ਆਪ ਜੀ ਨੇ ਕੱਲ ਦੇ ਮੁੱਖ ਭਾਗ ਦੇ ਵਿੱਚ ਵੀ ਸਰਵਣ ਕੀਤਾ ਸੀ, ਇਹ ਭਾਈ ਜੋ ਰਾਜ ਭਾਗ ਹੈ, ਜੋ ਮਾਇਆ ਇਕੱਤਰ ਕਰਨੀ ਹੈ, ਇਸ ਦੇ ਵਿੱਚ ਸੁੱਖ ਨਹੀਂ ਹੈ। ਸੁੱਖ ਨਾਹੀ ਬਹੁਤ ਹੈ ਤਨ ਖਾਟੀ, ਸੁੱਖ ਕਿੱਥੇ ਹੈ? ਸੁੱਖ ਹੈ ਜਦੋਂ ਗੁਰਮੁਖਾਂ ਦੀ ਸੰਗਤ ਹੁੰਦੀ ਹੈ। ਡਿਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਅਜਿਹੇ ਪਿਆਰਿਆਂ ਦੀ ਸੰਗਤ ਦੇ ਵਿੱਚ ਸਤਿਗੁਰ ਜੀ ਨੇ ਸਜਣ ਦਾ ਸੁਭਾਗ ਸਮਾਂ ਬਖਸ਼ਿਆ ਹੈ। ਆਓ ਅੱਜ ਦੇ ਹੁਕਮਨਾਮਿਆਂ ਦੇ ਵਿੱਚ ਜਿਸ ਤਰ੍ਹਾਂ ਸਤਿਗੁਰ ਜੀ ਬਖਸ਼ਿਸ਼ਾਂ ਕਰਦੇ ਨੇ, ਫਰਮਾਉਂਦੇ ਨੇ, ਆਪਣੀ ਮਨ ਚਿੱਤ ਬਿਰਤੀ ਇਕਾਗਰ ਕਰਕੇ ਸਤਿਗੁਰ ਜੀ ਦੇ ਵਚਨ ਮੰਨਣਾ ਕਰੀਏ। ਸ਼੍ਰਵਣ ਮੰਨਣ ਨਿਧ ਆਸਨ ਕਰਨਾ ਕਰੀਏ। ਆਓ ਜਿੱਥੇ ਆਪਾਂ ਤਨ ਕਰਕੇ ਵਿਰਾਜਿਆ ਉੱਥੇ ਆਪਾਂ ਮਨ ਨੂੰ ਟਿਕਾਉਣ ਦਾ ਯਤਨ ਕਰੀਏ। ਕੋਈ ਰਸਨਾ ਬਾਂਝੀ ਨਾ ਰਵੇ, ਆਓ ਗੱਜ ਕੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਨਚ ਰਾਜ ਸੁਖ ਮਿਸ਼ਟੰ, ਨਚ ਭੋਗ ਰਜ ਰਸ ਮਿਸ਼ਟੰ, ਨਚ ਮਿਸ਼ਟੰ ਸੁਖ ਪਾਇਆ।
ਸਤਿਗੁਰ ਜੀ ਫਰਮਾਉਂਦੇ ਨੇ ਸ਼ਲੋਕ ਦੇ ਵਿੱਚ, ਹੈ ਭਾਈ ਨਚ ਰਾਜ ਸੁਖ ਮਿਸ਼ਟੰ, ਕਿ ਵੱਡੇ ਵੱਡੇ ਰਾਜ ਭਾਗਾਂ ਦਾ ਵੀ ਰਾਜ ਕਰਨਾ ਮਿਲ ਜਾਵੇ, ਇਸ ਦੇ ਵਿੱਚ ਵੀ ਕੋਈ ਸੁੱਖ ਨਹੀਂ ਹੈ। ਇਹ ਵੱਡਾ ਵੱਡਾ ਰਾਜ ਕਰ ਲੈਣਾ, ਧਰਤੀ ਦੇ ਰਾਜ ਕਰ ਲੈਣਾ, ਤੇ ਉਸ ਤੋਂ ਬਾਅਦ ਫਿਰ ਅਗਾਹਾਂ ਵਾਲੀ ਇੱਛਾ ਹੋ ਜਾਂਦੀ ਹੈ ਕਿ ਹੁਣ ਸਵਰਗਾਂ ਦੇ ਵਿੱਚ ਰਾਜ ਭਾਗ ਕਰੀਏ। ਇਸ ਕਰਕੇ ਜੋ ਰਾਜ ਭਾਗ ਹੈ, ਇਸ ਦੇ ਵਿੱਚ ਕੋਈ ਸੁੱਖ ਨਹੀਂ, ਇਹ ਮਿੱਠਾ ਨਹੀਂ ਹੈ। ਮਿੱਠਾ ਗੁਰਮੁਖ ਪਿਆਰੇ ਉਹ ਵਸਤੂ ਹੈ ਜਿਸ ਦੇ ਵਿੱਚ ਆਪਾਂ ਨੂੰ ਸੁੱਖ ਪ੍ਰਾਪਤ ਹੋਵੇ, ਜਿਸ ਦੇ ਵਿੱਚ ਆਪਾਂ ਨੂੰ ਖੁਸ਼ੀਆਂ ਪ੍ਰਾਪਤ ਹੋਣ। ਸਤਿਗੁਰੂ ਜੀ ਨੇ ਆਪਣੀ ਗੁਰਬਾਣੀ ਅੰਦਰ ਫਰਮਾਇਆ ਹੈ, ਭਾਈ ਵੱਡੇ ਵੱਡੇ ਰਾਜੇ ਹੋਏ ਨੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਰਾਜ ਭਾਗ ਕੀਤਾ, ਪਰ ਅੰਤ ਦੇ ਸਮੇਂ ਦੇ ਵਿੱਚ ਉਹਨਾਂ ਤੋਂ ਜਦੋਂ ਰਾਜ ਭਾਗ ਖੋਤਾ ਗਿਆ ਤਾਂ ਬੜੇ ਦੁਖੀ ਹੋਏ ਨੇ। ਜਿਸ ਤਰ੍ਹਾਂ ਗੁਰਮੁਖ ਪਿਆਰਿਓ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬਾਬਰ ਨੇ ਵਰ ਮੰਗਿਆ ਸੀ ਕਿ ਸਤਿਗੁਰ ਜੀ ਆਪ ਕਿਰਪਾ ਕਰੋ, ਮੇਰੀ ਕੁਲ ਦੇ ਵਿੱਚ, ਮੇਰੇ ਪਰਿਵਾਰ ਦੇ ਵਿੱਚ ਹੀ ਰਾਜ ਗੱਦੀ ਰਵੇ, ਮੇਰੀ ਪੀੜ੍ਹੀ ਦਰ ਪੀੜ੍ਹੀ ਰਾਜ ਭਾਗ ਦਾ ਸੁੱਖ ਮਾਣੇ। ਉਸ ਸਮੇਂ ਗੁਰਮੁਖ ਪਿਆਰੇ ਸਤਿਗੁਰੂ ਜੀ ਨੇ ਕਿਹਾ ਸੀ ਕਿ ਭਾਈ ਜਿੰਨਾ ਤੱਕ ਤੇਰੀ ਕੁਲ ਦੇ ਵਿੱਚ, ਜਿੰਨਾ ਤੱਕ ਤੇਰੇ ਪਰਿਵਾਰ ਦੇ ਵਿੱਚ ਤੂੰ ਇਨਸਾਫ ਕਰੇਗਾ, ਰਾਜ ਗੱਦੀ ਤੇ ਬੈਠ ਕੇ, ਆਪਣੇ ਸਿੰਘਾਸਨ ਤੇ ਬੈਠ ਕੇ ਇਨਸਾਫ ਕਰੇਗਾ, ਉਹਨਾਂ ਤੱਕ ਤੇਰੇ ਪਰਿਵਾਰ ਦੇ ਵਿੱਚ, ਤੇਰੀ ਪੀੜ੍ਹੀ ਦੇ ਵਿੱਚ ਇਹ ਰਾਜ ਦੀ ਗੱਦੀ ਰਹੇਗੀ। ਫਿਰ ਜਿਤਨਾ ਸਮਾਂ ਵੀ ਬਾਬਰ ਦੇ ਕੁਲ ਦੇ ਵਿੱਚ ਇਨਸਾਫ ਹੁੰਦਾ ਰਿਹਾ, ਕਿਸੇ ਦੇ ਨਾਲ ਕੋਈ ਧੋਖਾ ਨਹੀਂ ਕੀਤਾ ਗਿਆ, ਇਨਸਾਫ ਨਾ ਹੋਇਆ, ਉਹਨਾਂ ਤੱਕ ਗੁਰਮੁਖ ਪਿਆਰੇ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹਨਾਂ ਦੀ ਕੁਲ ਦੇ ਵਿੱਚ ਰਾਜ ਭਾਗ ਦੀ ਗੱਦੀ ਰਹੀ। ਜਦੋਂ ਫਿਰ ਇਹ ਗੁਰੂ ਘਰ ਤੋਂ ਬੇਮੁਖ ਹੋ ਗਏ ਨੇ, ਔਰੰਗਜ਼ੇਬ ਦੇ ਰੂਪ ਦੇ ਵਿੱਚ ਜਦੋਂ ਔਰੰਗਜ਼ੇਬ ਰਾਜਾ ਬਣਿਆ, ਉਸਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਕਰਵਾਇਆ। ਉਹਨਾਂ ਕਾਰਨਾਂ ਕਰਕੇ ਇਹਨਾਂ ਦੀ ਕੁਲ ਦੇ ਵਿੱਚੋਂ ਰਾਜ ਭਾਗ ਚਲਿਆ ਗਿਆ। ਸਤਿਗੁਰੂ ਜੀ ਨੇ ਫਰਮਾਇਆ ਸੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿ ਭਾਈ ਕਿਸੇ ਦੇ ਨਾਲ ਤੁਸੀਂ ਇਨਸਾਫ ਨਹੀਂ ਕਰਨਾ, ਕਿਸੇ ਦੇ ਨਾਲ ਤੁਸੀਂ ਕੋਈ ਧੋਖਾ ਨਹੀਂ ਕਰਨਾ, ਕਿਸੇ ਦੇ ਨਾਲ ਕੋਈ ਤੁਸੀਂ ਧੱਕਾ ਨਹੀਂ ਕਰਨਾ। ਤੇ ਔਰੰਗਜ਼ੇਬ ਨੇ ਆ ਕੇ ਆਪਣੇ ਰਾਜ ਦੇ ਵਿੱਚ, ਆਪਣੇ ਸਮੇਂ ਦੇ ਵਿੱਚ ਆ ਕੇ ਜ਼ਬਰਦਸਤੀ ਆਪ ਜੀ ਨੇ ਸ਼ਰਵਣ ਕੀਤਾ ਹੈ। ਸਤਿਗੁਰੂ ਮਹਾਰਾਜ ਜੀ ਦਾ ਪਰਸੋਂ ਹੀ ਸ਼ਹੀਦੀ ਦਿਹਾੜਾ ਲੰਘ ਕੇ ਗਿਆ ਹੈ, ਤੇ ਔਰੰਗਜ਼ੇਬ ਨੇ ਆਪਣੇ ਜ਼ੋਰ ਦੇ ਨਾਲ ਹਿੰਦੂਆਂ ਨੂੰ ਆਪਣੇ ਧਰਮ ਦੇ ਵਿੱਚ ਲੈ ਕੇ ਆਉਣਾ ਚਾਹੁੰਦਾ ਸੀ। ਉਹਨਾਂ ਹਿੰਦੂ ਵੀਰਾਂ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨੀ ਬੇਨਤੀ ਕੀਤੀ, ਤਾਂ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਵਾਸਤੇ ਆਪਣਾ ਅਸੀਸ ਬਲਿਦਾਨ ਕਰ ਦਿੱਤਾ।
ਤੇ ਉਸ ਤੋਂ ਬਾਅਦ ਵੀ ਗੁਰਮੁਖ ਪਿਆਰਿਓ ਔਰੰਗਜ਼ੇਬ ਨੇ ਗੁਰੂ ਘਰ ਦੇ ਨਾਲ ਬੈਰ ਵਿਰੋਧ ਨਹੀਂ ਛੱਡਿਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪੁੱਤਰਾਂ ਨੂੰ ਫਿਰ ਉਸਨੇ ਨੀਹਾਂ ਦੇ ਵਿੱਚ ਚਿਣਵਾਇਆ। ਤੇ ਇਤਨੇ ਜ਼ੁਲਮ ਕਰਦੇ ਨਾਲ, ਇਤਨਾ ਇਨਸਾਫ ਕਰਦੇ ਨਾਲ ਕੁਲ ਦੇ ਵਿੱਚ ਰਾਜ ਭਾਗ ਨਹੀਂ ਰਿਹਾ। ਜਿਨ੍ਹਾਂ ਤੱਕ ਕੁਲ ਦੇ ਵਿੱਚ, ਜਿਨ੍ਹਾਂ ਤੱਕ ਸਿੰਘਾਸਨ ਤੇ ਬੈਠ ਕੇ ਇਨਸਾਫ ਕੀਤਾ ਨਾ ਗੁਰਮੁਖ ਪਿਆਰੇ, ਉਹਨਾਂ ਤੱਕ ਰਾਜ ਭਾਗ ਜ਼ਰੂਰ ਰਿਹਾ ਕੁਲ ਦੇ ਵਿੱਚ। ਪਰ ਜਦੋਂ ਜਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੈ ਨਾਹੀ ਮਰਨ ਵਿਚਾਰਾ, ਕਿ ਭਾਈ ਜਿਸ ਵਾਹਿਗੁਰੂ ਪਰਮੇਸ਼ਰ ਨੇ ਦਾਤਾਂ ਦਿੱਤੀਆਂ ਸੀ, ਉਹ ਵਾਹਿਗੁਰੂ ਪਰਮੇਸ਼ਰ ਭੁੱਲ ਗਿਆ। ਭੁੱਲ ਗਿਆ ਕਿ ਇਹਨਾਂ ਸਿੱਖਾਂ ਨੇ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੇ ਵੱਡੇ ਵਡੇਰਿਆਂ ਨੂੰ ਗੁਰਤਾ ਕੀਤੀ, ਵਾਹਿਗੁਰੂ ਸਾਨੂੰ ਰਾਜ ਭਾਗ ਦਿੱਤਾ ਹੈ। ਫਿਰ ਜਦ ਗੁਰੂ ਘਰ ਤੇ ਜ਼ੁਲਮ ਕੀਤੇ ਤਾਂ ਉਸ ਸਮੇਂ ਰਾਜ ਭਾਗ ਚਲਿਆ ਗਿਆ। ਹੋਰ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ, ਹੋਰ ਬਹੁਤੇ ਜ਼ਿਆਦਾ ਰਾਜੇ ਹੋਏ ਨੇ ਜਿਨ੍ਹਾਂ ਨੇ ਪ੍ਰਜਾ ਨੂੰ ਬਹੁਤਾ ਦੁਖੀ ਕੀਤਾ। ਵਿਪਰੀਤ ਬੁੱਧੀ ਮਾਰਤ ਲੋਕਾ ਹੈ, ਨਾਨਕ ਚਰਨ ਕਾਲ ਦੁਖ ਭੋਗ ਤੇ, ਕਿ ਬਹੁਤਾ ਸੁਖ ਹੋਣ ਕਾਰਨ, ਰਾਜ ਭਾਗ ਹੋਣ ਕਾਰਨ ਇਹ ਬਹੁਤੀ ਜ਼ਿਆਦਾ ਖੋਟੀ ਬੁੱਧੀ ਹੋ ਜਾਂਦੀ ਹੈ। ਫਿਰ ਉਹ ਬੁੱਧੀ ਖੋਟੀ ਕਾਰਨ ਆਪਣੀ ਪ੍ਰਜਾ ਨੂੰ ਬਹੁਤਾ ਦੁਖੀ ਕਰਦੇ ਨੇ ਰਾਜੇ। ਨਾਨਕ ਚਰਨ ਕਾਲ ਦੁਖ ਭੋਗ ਤੇ ਫਿਰ ਬਹੁਤਾ ਜ਼ਿਆਦਾ ਦੁਖੀ ਹੁੰਦੇ ਨੇ ਆਪ ਵੀ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ, ਭਾਈ ਰਾਜ ਭਾਗ ਦੇ ਵਿੱਚ ਵੀ ਕੋਈ ਸੁੱਖ ਨਹੀਂ ਹੈ। ਜਿਤਨਾ ਵੱਡਾ ਰਾਜ ਭਾਗ ਹੋਵੇਗਾ, ਜਿਤਨੀ ਧਨ ਦੌਲਤ ਹੋਵੇਗੀ, ਜਿਤਨਾ ਸੁੱਖ ਹੋਵੇਗਾ, ਉਤਨੀ ਚਿੰਤਾ ਹੋਣਗੀ। ਸਤਿਗੁਰੂ ਮਹਾਰਾਜ ਜੀ ਨੇ ਆਪਣੀ ਪਾਵਨ ਪਵਿੱਤਰ ਗੁਰਬਾਣੀ ਅੰਦਰ ਵੀ ਫਰਮਾਇਆ ਹੈ ਕਿ ਜਿਨ੍ਹਾਂ ਪਾਸ ਬਹੁਤਾ ਜ਼ਿਆਦਾ ਧਨ ਹੈ, ਉਹਨਾਂ ਦੇ ਕੋਲ ਹੀ ਚਿੰਤਾ ਹੈ, ਉਹਨਾਂ ਦੇ ਪਾਸ ਹੀ ਦੁੱਖ ਨੇ। ਜਿਨ੍ਹਾਂ ਨੇ ਸਿਰਫ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਿਆ ਹੈ, ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਲੋਕ ਪਰਲੋਕ ਦੇ ਸੁੱਖ ਬਖਸ਼ੇ ਨੇ। ਉਹ ਬਿਰਲੇ ਬਿਰਲੇ ਨੇ ਗੁਰਮੁਖ ਪਿਆਰਿਓ ਜੋ ਰਾਜੇ ਬਣ ਕੇ ਵੀ ਵਾਹਿਗੁਰੂ ਪਰਮੇਸ਼ਰ ਨੂੰ ਸਮਝਦੇ ਰਹੇ ਨੇ, ਵਾਹਿਗੁਰੂ ਪਰਮੇਸ਼ਰ ਨੂੰ ਧਿਆਉਂਦੇ ਰਹੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ, ਭਾਈ ਜੋ ਨਾਚੇ ਰਾਜ ਸੁਖ ਮਿਸ਼ਟਮ, ਕਿ ਰਾਜ ਭਾਗ ਦਾ ਸੁੱਖ ਵੀ ਹੋਣਾ, ਇਸ ਦੇ ਵਿੱਚ ਵੀ ਕੋਈ ਇਹ ਮਿੱਠਾ ਨਹੀਂ ਹੈ, ਇਹ ਵੀ ਇੱਕ ਦਿਨ ਨਾਸ ਹੋਣ ਵਾਲਾ ਹੈ। ਇਸ ਤੇ ਵੀ ਨਹੀਂ ਪਤਾ ਕਿ ਅਗਾਂਹ ਵਾਲਾ ਰਾਜਾ ਜ਼ੁਲਮ ਕਰਕੇ, ਜੰਗ ਕਰਕੇ ਰਾਜ ਭਾਗ ਖੋਹ ਲਵੇ, ਤੇ ਇਸ ਦੇ ਵਿੱਚ ਵੀ ਕੋਈ ਸੁੱਖ ਨਹੀਂ ਹੈ। ਤੇ ਵੱਡੇ ਵੱਡੇ ਰਾਜੇ ਵੀ ਰੋਂਦੇ ਦੇਖੇ ਨੇ। ਨਚ ਭੋਗ ਰਸ ਮਿਸ਼ਟੰ, ਇਹ ਭਾਈ ਹੋਰ ਭੋਗ ਪਦਾਰਥਾਂ ਦੇ ਵਿੱਚ ਵੀ ਕੋਈ ਮਿੱਠਤਾ ਨਹੀਂ, ਇਹਨਾਂ ਦੇ ਵਿੱਚ ਵੀ ਕੋਈ ਸੁੱਖ ਨਹੀਂ ਹੈ। ਜਿਤਨੇ ਵੀ ਭੋਗ ਪਦਾਰਥ ਨੇ, ਇਹ ਵੀ ਵਾਹਿਗੁਰੂ ਪਰਮੇਸ਼ਰ ਤੋਂ ਦੂਰ ਕਰਨ ਵਾਲੇ ਨੇ। ਜਿਸ ਤਰ੍ਹਾਂ ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ, ਵਿਸ਼ੇ ਵਿਕਾਰਾਂ ਦੇ ਵਿੱਚ ਲੱਗ ਕੇ ਕਿ ਵਾਹਿਗੁਰੂ ਪਰਮੇਸ਼ਰ ਤੋਂ ਬਹੁਤੀ ਜ਼ਿਆਦਾ ਬੇਮੁਖ ਹੋ ਗਏ ਨੇ। ਹੋਰ ਪਦਾਰਥਾਂ ਦੇ ਸੁੱਖਾਂ ਦੇ ਕਾਰਨ, ਹੋਰ ਬਹੁਤੇ ਜ਼ਿਆਦਾ ਸੁੱਖਾਂ ਦੇ ਕਾਰਨ ਵਾਹਿਗੁਰੂ ਪਰਮੇਸ਼ਰ ਨੂੰ ਭੁਲਾਈ ਬੈਠੇ ਨੇ। ਜਿਸ ਤਰ੍ਹਾਂ ਗੁਰਮੁਖ ਪਿਆਰਿਓ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਚਲੇ ਜਾ ਰਹੇ ਨੇ ਸਤਿਗੁਰੂ ਮਹਾਰਾਜ ਜੀ ਦੇ ਨਾਲ, ਹੋਰ ਕੁਝ ਕੁ ਸੰਤ ਲੋਕ ਨੇ
ਗੁਰਮੁਖ ਪਿਆਰੇ ਸਤਿਗੁਰੂ ਮਹਾਰਾਜ ਜੀ ਨੇ ਨਗਰ ਦੇ ਬਾਹਰ ਜਾ ਕੇ ਡੇਰਾ ਕੀਤਾ। ਤਾਂ ਭਾਈ ਮਰਦਾਨਾ ਜੀ ਵੀ ਨਾਲ ਨੇ। ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਸਤਿਗੁਰੂ ਮਹਾਰਾਜ ਜੀ ਬੜੀ ਭੁੱਖ ਲੱਗੀ ਹੈ, ਆਪ ਕਿਰਪਾ ਕਰੋ, ਆਪ ਜੀ ਆਗਿਆ ਦੇਵੋ ਤਾਂ ਨਗਰ ਦੇ ਵਿੱਚ ਜਾ ਕੇ ਭੋਜਨ ਮੰਗ ਲਈਏ। ਸਤਿਗੁਰੂ ਮਹਾਰਾਜ ਜੀ ਨੇ ਆਗਿਆ ਦਿੱਤੀ ਕਿ ਭਾਈ ਤੁਸੀਂ ਚਲੇ ਜਾਓ, ਕੁਝ ਕੁ ਸੰਤ ਲੋਕ ਲੈ ਜਾਵੋ। ਉਸ ਨਗਰ ਦੇ ਵਿੱਚ ਗੁਰਮੁਖ ਪਿਆਰੇ ਬਹੁਤੇ ਜ਼ਿਆਦਾ ਸੁੱਖ ਹੈ। ਇਤਨਾ ਸੁੱਖ ਹੈ ਕਿ ਲੋਕ ਸ਼ਰਾਬਾਂ ਕਬਾਬਾਂ ਦੇ ਵਿੱਚ ਪੀ ਕੇ ਵਾਹਿਗੁਰੂ ਪਰਮੇਸ਼ਰ ਨੂੰ ਭੁੱਲੇ ਬੈਠੇ ਨੇ। ਅਮੀਰੀ ਵੀ ਬਹੁਤੀ ਜ਼ਿਆਦਾ ਹੈ। ਭਾਈ ਮਰਦਾਨਾ ਜੀ ਗਏ ਤਾਂ ਗੁਰਮੁਖ ਪਿਆਰੋ ਕਿਸੇ ਨੇ ਆ ਕੇ ਭਾਈ ਮਰਦਾਨਾ ਜੀ ਨੂੰ ਧੱਕਾ ਮਾਰਿਆ। ਤਾਂ ਬੜੇ ਨਿਰਾਸ਼ ਹੋ ਕੇ ਸਤਿਗੁਰੂ ਮਹਾਰਾਜ ਜੀ ਦੇ ਪਾਸ ਆਏ। ਸਤਿਗੁਰੂ ਜੀ ਨੂੰ ਆ ਕੇ ਬੇਨਤੀ ਕੀਤੀ ਕਿ ਸਤਿਗੁਰੂ ਮਹਾਰਾਜ ਜੀ, ਇਸ ਨਗਰ ਦੇ ਲੋਕ ਬਹੁਤੇ ਜ਼ਿਆਦਾ ਵਾਹਿਗੁਰੂ ਪਰਮੇਸ਼ਰ ਤੋਂ ਬੇਮੁਖ ਨੇ, ਕਦੇ ਵੀ ਸਿਮਰਦੇ ਨਹੀਂ, ਹੋਰ ਸ਼ਰਾਬਾਂ ਕਬਾਬਾਂ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਰਹੇ ਨੇ, ਤੇ ਉਲਟਾ ਇਹ ਸਾਧੂ ਜਨਾਂ ਦੀ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਦੀ ਨਿਰਾਦਰਤਾ ਕਰਦੇ ਨੇ। ਕੋਈ ਸਤਿਕਾਰ ਨਹੀਂ ਕਰਦੇ, ਕੋਈ ਰਿਸਪੈਕਟ ਨਹੀਂ ਕਰਦੇ। ਉਸ ਸਮੇਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਇਹ ਜਿਹੜੇ ਲੋਕ ਨੇ ਇਹਨਾਂ ਦੇ ਪਾਸ ਬਹੁਤਾ ਜ਼ਿਆਦਾ ਸੁੱਖ ਹੈ, ਤੇ ਸੁੱਖ ਦੇ ਵਿੱਚ ਹੀ ਮਸਤ ਹੋ ਕੇ ਵਾਹਿਗੁਰੂ ਪਰਮੇਸ਼ਰ ਨੂੰ ਭੁੱਲੇ ਨੇ। ਉਹ ਭੋਗ ਪਦਾਰਥਾਂ ਦੇ ਵਿੱਚ ਹੀ ਮਸਤ ਹੋ ਕੇ ਵਾਹਿਗੁਰੂ ਪਰਮੇਸ਼ਰ ਤੋਂ ਭੁੱਲੇ ਹੋਏ ਨੇ। ਤੇ ਉਸ ਸਮੇਂ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਭਾਈ ਬਾਬਰ ਆਵੇਗਾ, ਇਹਨਾਂ ਦਾ ਜਿੰਨਾ ਵੀ ਸੁੱਖ ਹੈ ਉਹ ਸਭ ਨਾਸ ਹੋ ਜਾਵੇਗਾ। ਇਹਨਾਂ ਦੀਆਂ ਇਸਤਰੀਆਂ ਨੂੰ ਬਾਬਾ ਆਪਣੇ ਕੈਦ ਖਾਨਿਆਂ ਦੇ ਵਿੱਚ ਕੈਦ ਕਰ ਲਵੇਗਾ। ਉਸ ਸਮੇਂ ਸਤਿਗੁਰੂ ਮਹਾਰਾਜ ਜੀ ਦੇ ਬਚਨ ਹੋਏ। ਗੁਰਮੁਖ ਪਿਆਰਿਓ, ਉਸ ਨਗਰ ਦੇ ਵਿੱਚ ਭਾਈ ਲਾਲੋ ਜੀ ਰਹਿ ਰਹੇ ਨੇ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਤੁਸੀਂ ਨਗਰ ਤੋਂ ਕੁਝ ਕੁ ਬਾਹਰ ਜਾ ਕੇ ਰਹਿਣ ਲੱਗ ਜਾਵੋ। ਸਤਿਗੁਰੂ ਜੀ ਨੇ ਉਸ ਸਮੇਂ ਭਾਈ ਲਾਲੋ ਜੀ ਦੇ ਨਾਲ ਬਚਨ ਕੀਤੇ। ਸਤਿਗੁਰੂ ਜੀ ਨੇ ਤਲੰਗ ਰਾਗ ਦੇ ਵਿੱਚ ਫਰਮਾਇਆ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲ ਹਟਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਇਹ ਭਾਈ ਜਿਸ ਤਰ੍ਹਾਂ ਸਾਨੂੰ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੈ, ਵਾਹਿਗੁਰੂ ਪਰਮੇਸ਼ਰ ਦੀ ਰਜ਼ਾ ਹੈ, ਉਸ ਤਰ੍ਹਾਂ ਅਸੀਂ ਆਪ ਜੀ ਨੂੰ ਦੱਸ ਰਹੇ ਹਾਂ ਕਿ ਕਾਬਲ ਦੇਸ਼ ਦੇ ਵਿੱਚੋਂ ਬਾਬਰ ਆਉਂਦਾ ਹੈ। ਇਹਨਾਂ ਦੇ ਚੜ੍ਹਾਈ ਕਰਕੇ ਇਹਨਾਂ ਦੇ ਜਿੰਨੇ ਵੀ ਸੁੱਖ ਭਾਗ ਨੇ ਇਹਨਾਂ ਨੂੰ ਬੰਦੀ ਬਣਾ ਲਵੇਗਾ। ਇਹਨਾਂ ਦੇ ਫਿਰ ਬਹੁਤੇ ਦੁੱਖ ਹੋਣਗੇ। ਉਸ ਸਮੇਂ ਸਤਿਗੁਰੂ ਮਹਾਰਾਜ ਜੀ ਨੇ ਆਪਣੀ ਗੁਰਬਾਣੀ ਅੰਦਰ ਵੀ ਫਰਮਾਉਂਦੇ ਨੇ, ਸਤਿਗੁਰੂ ਜੀ, ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਦੂਰ, ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੈ ਤੂੜ, ਮਹਿਲਾ ਅੰਦਰ ਹੁੰਦੀਆਂ ਹਨ ਬਹਿਣ ਨਾ ਮਿਲਣ ਹਦੂਰ, ਆਦੇਸ਼ ਬਾਬਾ ਆਦੇਸ਼, ਆਦ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਦੇਖਾ ਹੈ ਬੇਸ, ਜਦੋਂ ਸੀਆ ਵਿਹਾਈਆ ਲਾੜੇ ਸੋਹਣ ਪਾਸ, ਹਿਡੋਲੀ ਚੜ ਆਈਆ ਦੰਦ ਖੰਡ ਕੀਤੇ ਰਾਸ, ਉਪਰਹ ਪਾਣੀ ਬਾਰੀਐ ਚਲੇ ਚਮਕਨ ਪਾਸ। ਸਤਿਗੁਰੂ ਜੀ ਨੇ ਫਰਮਾਇਆ ਕਿ ਭਾਈ ਹੁਣ ਇਹਨਾਂ ਤੇ ਬਾਬਰ ਆਵੇਗਾ ਤਾਂ ਇਹਨਾਂ ਤੇ ਜ਼ੁਲਮ ਕਰੇਗਾ। ਇਹਨਾਂ ਦਾ ਜਿੰਨਾ ਵੀ ਸੁੱਖ ਹੈ, ਜਿਹੜੇ ਵਿਸ਼ੇ ਵਿਕਾਰਾਂ ਦੇ ਵਿੱਚ ਮਸਤ ਨੇ, ਉਹ ਸਭ ਇਹਨਾਂ ਦਾ ਸੁੱਖ ਚਲਿਆ ਜਾਵੇਗਾ। ਇਹਨਾਂ ਦੀਆਂ ਇਸਤਰੀਆਂ ਨੂੰ ਬੰਦੀ ਬਣਾ ਲਵੇਗਾ। ਜਿਨ੍ਹਾਂ ਦੀਆਂ ਇਸਤਰੀਆਂ ਤੇ ਇਹਨਾਂ ਦੀਆਂ ਇਸਤਰੀਆਂ ਤੇ
ਹੁਣ ਬਹੁਤੇ ਜ਼ਿਆਦਾ ਇਹ ਆਪਣੇ ਸਿਰਾਂ ਨੂੰ ਸਵਾਰਦੀਆਂ ਨੇ, ਫਿਰ ਇਹਨਾਂ ਦੇ ਕੇਸ ਹੀ ਕੱਟ ਦੇਵੇਗਾ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਤਾਂ ਬਹੁਤਾ ਜ਼ਿਆਦਾ ਡਰ ਗਿਆ ਭਾਈ ਲਾਲੋ ਜੀ। ਭਾਈ ਲਾਲੋ ਜੀ ਡਰ ਕੇ ਕਹਿਣ ਲੱਗੇ ਕਿ ਸਤਿਗੁਰੂ ਮਹਾਰਾਜ ਜੀ ਆਪ ਜੀ ਨੇ ਸਾਨੂੰ ਸ਼ਰਾਪ ਦੇ ਦਿੱਤਾ। ਸਤਿਗੁਰੂ ਜੀ ਕਹਿਣ ਲੱਗੇ ਭਾਈ ਅਸੀਂ ਕੋਈ ਸ਼ਰਾਪ ਨਹੀਂ ਦਿੱਤਾ, ਇਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਵਾਹਿਗੁਰੂ ਪਰਮੇਸ਼ਰ ਦੀ ਆਗਿਆ ਸੀ, ਜਿਸ ਤਰ੍ਹਾਂ ਸਾਨੂੰ ਵਾਹਿਗੁਰੂ ਪਰਮੇਸ਼ਰ ਦਾ ਹੁਕਮ ਸੀ ਆਪ ਜੀ ਨੂੰ ਅਸੀਂ ਦੱਸ ਦਿੱਤਾ ਹੈ। ਆਪ ਜੀ ਨਗਰ ਦੇ ਵਿੱਚ ਕੁਝ ਕੁ ਦੂਰੀ ਤੇ ਜਾ ਕੇ ਰਹਿਣ ਲੱਗ ਪਏ। ਉਸ ਸਮੇਂ ਬਾਬਰ ਆਇਆ, ਜਿੰਨਾ ਵੀ ਸੁੱਖ ਸੀ ਇਹਨਾਂ ਦੇ ਪਾਸ, ਜਿੰਨੇ ਵੀ ਘਰ ਸਨ, ਜਿੰਨੀ ਵੀ ਅਮੀਰੀ ਸੀ, ਜਿੰਨੀ ਧਨ ਦੌਲਤ ਸੀ, ਸਭ ਲੁੱਟੀ ਗਈ। ਤੇ ਫਿਰ ਬਹੁਤਾ ਜ਼ਿਆਦਾ ਪਛਤਾਉਂਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਜਿਹੜੇ ਵਿਸ਼ੇ ਵਿਕਾਰ ਨੇ ਇਹਨਾਂ ਦੇ ਵਿੱਚ ਵੀ ਕੋਈ ਸੁੱਖ ਨਹੀਂ ਹੈ, ਕਾਮ ਦੇ ਵਿੱਚ ਵੀ ਕੋਈ ਸੁੱਖ ਨਹੀਂ ਹੈ, ਨਸ਼ਿਆਂ ਦੇ ਵਿੱਚ ਵੀ ਕੋਈ ਸੁੱਖ ਨਹੀਂ ਹੈ, ਭੋਗਾਂ ਦੇ ਵਿੱਚ ਵੀ ਕੋਈ ਸੁੱਖ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਨੇ ਆਪਣੀ ਪਾਵਨ ਪਵਿੱਤਰ ਗੁਰਬਾਣੀ ਅੰਦਰ ਫਰਮਾਇਆ, ਗੁਰਮੁਖ ਪਿਆਰਿਓ ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਾ ਹੀ, ਜਿਸ ਨੂੰ ਪੀਣ ਦੇ ਨਾਲ ਮਨੁੱਖ ਨੂੰ ਪਤਾ ਨਹੀਂ ਲੱਗਦਾ ਕਿ ਆਪਣਾ ਹੈ ਜਾਂ ਪਰਾਇਆ ਹੈ। ਇਹ ਨਹੀਂ ਪਤਾ ਲੱਗਦਾ ਹੈ ਕਿ ਮੇਰੀ ਮਾਂ ਹੈ ਕਿ ਮੇਰੀ ਘਰ ਦੀ ਹੈ। ਉਹ ਪੀਣ ਦੇ ਨਾਲ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਨਰਕਾਂ ਦੇ ਦੁਆਰ ਦੇ ਵਿੱਚ ਜਾਣਾ ਪੈਂਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਗੁਰਮੁਖ ਪਿਆਰੇ ਇੱਥੇ ਤੱਕ ਕਿਹਾ ਹੈ ਕਿ ਜੋ ਨਸ਼ੇ ਦਾ ਸੇਵਨ ਕਰਦਾ ਹੈ ਮੇਰਾ ਸਿੱਖ ਉਸ ਦੇ ਹੱਥ ਦਾ ਵੀ ਨਹੀਂ ਖਾ ਸਕਦਾ, ਉਸ ਦੇ ਹੱਥ ਦਾ ਵੀ ਨਹੀਂ ਛਕ ਸਕਦਾ। ਤਨਕ ਤਬਾਕੂ ਸੇਵੀ ਹੈ ਦੇਵ ਪਿਤਰ ਤਜ ਜਾਏ, ਪਾਣੀ ਤਾਕੈ ਹਾਥ ਕਾ ਮਧਰਾ ਅਗ ਹੋ ਜਾਏ। ਭਾਈ ਉਸ ਦੇ ਹੱਥ ਦਾ ਪਾਣੀ ਵੀ ਸ਼ਰਾਬ ਦੇ ਵਰਗਾ, ਉਸ ਦਾ ਹੱਥ ਦਾ ਪਾਣੀ ਵੀ ਜ਼ਹਿਰ ਦੇ ਵਰਗਾ ਹੈ। ਸਤਿਗੁਰੂ ਮਹਾਰਾਜ ਜੀ ਸ੍ਰੀ ਰਾਗ ਦੇ ਵਿੱਚ ਵੀ ਬਖਸ਼ਿਸ਼ਾਂ ਕਰਦੇ ਨੇ, ਫਰਮਾਉਂਦੇ ਨੇ ਸਤਿਗੁਰੂ ਮਹਾਰਾਜ ਜੀ, ਜਿਸ ਨੂੰ ਪੀਣ ਦੇ ਨਾਲ ਬਾਬਾ ਹੁਰ ਖਾਨਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ ਮਨ ਮਹਿ ਚਲਾ ਹੈ ਵਿਕਾਰ। ਜਿਨ੍ਹਾਂ ਨੂੰ ਖਾਣ ਦੇ ਨਾਲ, ਜਿਨ੍ਹਾਂ ਨੂੰ ਪੀਣ ਦੇ ਨਾਲ ਮਨ ਦੇ ਵਿੱਚ ਵਿਸ਼ੇ ਵਿਕਾਰ ਹੀ ਚੱਲਦੇ ਨੇ, ਵਾਹਿਗੁਰੂ ਪਰਮੇਸ਼ਰ ਤੋਂ ਬੇਮੁਖ ਹੋਣ ਵਾਲੀਆਂ ਗੱਲਾਂ ਨੇ, ਵਾਹਿਗੁਰੂ ਪਰਮੇਸ਼ਰ ਨੂੰ ਸਿਮਰਦੇ ਨਹੀਂ। ਜਿਸ ਨੂੰ ਪੀਣ ਦੇ ਨਾਲ ਫਿਰ ਉਹ ਭਾਈ ਜਿਹੜੇ ਵਿਸ਼ੇ ਵਿਕਾਰਾਂ ਵਾਲੇ ਸੁੱਖ ਨੇ ਉਹ ਫਿਰ ਨਰਕਾਂ ਦੇ ਵਿੱਚ ਲੈ ਕੇ ਜਾਣ ਵਾਲੇ ਨੇ। ਜਿਨ੍ਹਾਂ ਨੂੰ ਖਾਣ ਦੇ ਨਾਲ, ਜਿਨ੍ਹਾਂ ਨੂੰ ਪੀਣ ਦੇ ਨਾਲ ਵਿਸ਼ੇ ਵਿਕਾਰੀ ਮਨ ਦੇ ਵਿੱਚ ਚੱਲਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਭੋਗ ਵੀ ਨੱਚ ਭੋਗ ਰਸ ਮਿਸ਼ਟੰ, ਇਹ ਭਾਈ ਜਿਹੜੇ ਭੋਗਾਂ ਦੇ ਰਸਾਂ ਦੇ ਵਿੱਚ ਵੀ ਕੋਈ ਵੀ ਮਿੱਠਤਾ ਨਹੀਂ, ਇਹਨਾਂ ਦੇ ਵਿੱਚ ਵੀ ਕੋਈ ਸੁੱਖ ਨਹੀਂ ਹੈ। ਇਹਨਾਂ ਨੂੰ ਪੀਣ ਦੇ ਨਾਲ, ਇਹਨਾਂ ਨੂੰ ਖਾਣ ਦੇ ਨਾਲ ਗੁਰਮੁਖ ਪਿਆਰੇ ਸਰੀਰ ਤੇ ਬਿਮਾਰੀਆਂ ਹੀ ਲੱਗਦੀਆਂ ਨੇ। ਆਪਾਂ ਗੁਰਮੁਖ ਪਿਆਰੇ ਦੇਖਣਾ ਹੀ ਕਰਦੇ ਹਾਂ, ਸੰਸਾਰ ਦੇ ਵਿੱਚ ਆਮ ਹੀ ਹੈ ਕਿ ਭਾਈ ਜੋ ਨਸ਼ੇ ਕਰਦੇ ਨੇ ਫਿਰ ਆਪਾਂ ਕੁਝ ਸਮੇਂ ਬਾਅਦ ਦੇਖਦੇ ਕਿ ਉਹਨਾਂ ਦੀ ਕਿੰਨੀ ਹਾਲਤ ਮਾੜੀ ਹੁੰਦੀ ਹੈ। ਜੇ ਕੋਈ ਸ਼ਰਾਬ ਦਾ ਵੀ ਸੇਵਨ ਕਰਦਾ ਹੈ, ਉਹਦਾ ਲੀਵਰ ਖਰਾਬ ਹੋ ਜਾਂਦਾ ਹੈ ਤੇ ਫਿਰ ਬਹੁਤਾ ਦੁਖੀ ਹੁੰਦਾ ਹੈ। ਹੋਰ ਬਹੁਤੇ ਜ਼ਿਆਦਾ ਕਰਦੇ ਨੇ ਤੇ ਦੁੱਖ ਹੀ ਪ੍ਰਾਪਤ ਹੁੰਦੇ ਨੇ, ਤੇ ਵਾਹਿਗੁਰੂ ਪਰਮੇਸ਼ਰ ਤੋਂ ਵੀ ਦੂਰ ਹੁੰਦੇ ਨੇ ਤੇ ਆਪਣੇ ਸਰੀਰ ਤੇ ਵੀ ਦੁੱਖ ਚੱਲਦੇ ਨੇ। ਸਤਿਗੁਰੂ ਮਹਾਰਾਜ ਜੀ ਆਪਣੀ ਗੁਰਬਾਣੀ ਅੰਦਰ ਫਰਮਾਉਂਦੇ ਨੇ ਭਾਈ ਜੋ ਇਹ ਸਰੀਰ ਹੈ, ਹਰ ਮੰਦਰ ਇਹੋ ਸਰੀਰ ਹੈ, ਤਿਸ ਮਹਿ ਮਾਨਕ ਲਾਲ, ਮੋਤੀ ਹੀਰਾ ਨਿਰਮਲਾ ਕੰਚਨ ਕੋਟੜੀ ਸਾਲ। ਇਹ ਭਾਈ ਜੋ ਇਹ ਸਰੀਰ ਹੈ ਵਾਹਿਗੁਰੂ ਪਰਮੇਸ਼ਰ ਦਾ ਦਿੱਤਾ ਹੋਇਆ ਹੈ, ਵਾਹਿਗੁਰੂ ਪਰਮੇਸ਼ਰ ਨੇ ਭਗਤੀ ਕਰਨ ਵਾਸਤੇ ਦਿੱਤਾ ਹੈ। ਉਦਮ ਕਰੇ ਦਿਆ ਜੀਓ ਤੂੰ ਕਮਾਵਦਿਆ ਸੁਖ ਪਹੁੰਚ ਧਿਆਏ ਦਿਆ ਤੂੰ ਪ੍ਰਭੂ ਮਿਲ ਨਾਨਕ ਪੁੱਤਰੀ ਚਿੰਤ। ਕਿ ਉਦਮ ਕਰਦੇ ਨਾਲ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਨ ਦੇ ਨਾਲ, ਸਿਮਰਨ ਕਰਦੇ ਨਾਲ ਇਹ ਸਰੀਰ ਦਿੱਤਾ ਹੈ।
ਨਾਮ ਵਿਸਾਰ ਲੱਗਾ ਹੈ ਅਨ ਲਾਲਚ, ਬਿਰਥਾ ਔਧ ਸਰਾਨੀ। ਪਰ ਮਨੁੱਖ ਦੀ ਕੀ ਹਾਲਤ ਹੈ, ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਕੇ ਹੋਰ ਲਾਲਚਾਂ ਦੇ ਵਿੱਚ, ਹੋਰ ਭੋਗਾਂ ਦੇ ਰਸਾਂ ਦੇ ਵਿੱਚ ਇਹ ਲੱਗ ਕੇ ਵਾਹਿਗੁਰੂ ਪਰਮੇਸ਼ਰ ਤੋਂ ਬੇਮੁਖ ਹੋ ਗਿਆ। ਇਸ ਤਰ੍ਹਾਂ ਇਸ ਦਾ ਜੀਵਨ ਬਤੀਤ ਹੋ ਰਿਹਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ, ਭਾਈ ਸੁਖ ਨਚ ਭੋਗ ਰਸ ਮਿਸ਼ਟੰਗੇ। ਇਹਨਾਂ ਭੋਗਾਂ ਦੇ ਵਿੱਚ ਵੀ ਕੋਈ ਮਿੱਠਤਾ ਨਹੀਂ, ਇਹਨਾਂ ਦੇ ਵਿੱਚ ਵੀ ਕੋਈ ਸੁੱਖ ਨਹੀਂ ਹੈ। ਨਚ ਮਿਸ਼ਟੰ ਸੁਖ ਮਾਇਆ, ਤੇ ਨਾ ਹੀ ਮਾਇਆ ਦੇ ਵਿੱਚ, ਨਾ ਪਦਾਰਥਾਂ ਦੇ ਵਿੱਚ ਵੀ ਭਾਈ ਕੋਈ ਸੁੱਖ ਨਹੀਂ ਹੈ। ਜਿੰਨੀ ਵੀ ਮਾਇਆ ਇਕੱਤਰ ਕਰਦੇ ਉਹ ਚਿੰਤਾ ਦਾ ਰੂਪ ਹੀ ਹੈ। ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ, ਜਿਤਨੀ ਮਾਇਆ ਇਕੱਤਰ ਕਰਾਂਗੇ ਉਹ ਆਪਾਂ ਨੂੰ ਆਪਣੀ ਕਦੇ ਵੀ ਨਹੀਂ ਬਣ ਕੇ ਰਹਿੰਦੀ। ਗੁਰਮੁਖ ਪਿਆਰੇ ਸਤਿਗੁਰੂ ਜੀ ਫਰਮਾਉਂਦੇ ਨੇ, ਜਦੋਂ ਸਰੀਰ ਨਾਸ ਹੋ ਜਾਂਦਾ, ਸਰੀਰ ਦੇ ਵਿੱਚ ਪ੍ਰਾਣ ਨਿਕਲ ਜਾਂਦੇ ਨੇ, ਉਸ ਸਮੇਂ ਹੀ ਜਿਹੜੇ ਆਪਣੇ ਪਰਿਵਾਰ ਵਾਲੇ ਨੇ ਇਸ ਸਰੀਰ ਨੂੰ ਜਲਾ ਦਿੰਦੇ ਨੇ ਤੇ ਆਪਣੀ ਜਾਇਦਾਦ ਤੇ ਆਪਣੀ ਧਨ ਦੌਲਤ ਤੇ ਆਪ ਕਬਜ਼ਾ ਕਰ ਲੈਂਦੇ ਨੇ। ਜਿਤਨਾ ਧਨ ਦੌਲਤ ਹੁੰਦੀ ਆ ਉਹ ਨਾਲ ਨਹੀਂ ਜਾਂਦਾ। ਜਿਸ ਤਰ੍ਹਾਂ ਗੁਰਮੁਖ ਪਿਆਰੇ ਸਿਕੰਦਰ ਰਾਜ ਨੇ ਸਾਰੀ ਜ਼ਿੰਦਗੀ ਬੜਾ ਰਾਜ ਭਾਗ ਕੀਤਾ, ਸਾਰੀ ਧਰਤੀ ਤੇ ਰਾਜ ਭਾਗ ਕੀਤਾ, ਤਾਂ ਫਿਰ ਅੰਤ ਦੇ ਸਮੇਂ ਦੇ ਵਿੱਚ ਖਾਲੀ ਹੱਥ ਹੀ ਗਿਆ ਹੈ। ਰਾਵਣ ਹੂੰ ਤੇ ਅਦਕ ਅਦਕ ਪਤ ਛਿਨਮਹਿ ਗਏ ਬਲਾਤ। ਰਾਵਣ ਹੂੰ ਤੇ ਅਦਕ ਛਤਰਪਤ ਖਿਨਮਹਿ ਗਏ ਬਲਾਤ। ਚਲੇ ਜੁਆਰੀ ਦੋਏ ਹੱਥ ਚਾਰ ਕੇ, ਵੱਡੇ ਵੱਡੇ ਰਾਜੇ ਵੀ ਭਾਈ ਖਾਲੀ ਹੱਥ ਹੀ ਗਏ ਨੇ। ਅੰਤ ਦੇ ਸਮੇਂ ਦੇ ਵਿੱਚ ਸਿਕੰਦਰ ਨੇ ਵੀ ਇਸ ਤਰ੍ਹਾਂ ਹੀ ਕਿਹਾ ਸੀ ਕਿ ਗੁਰਮੁਖ ਪਿਆਰਿਓ, ਕਿ ਭਾਈ ਜਦੋਂ ਮੇਰੀ ਅਰਥੀ ਚੱਕੋਗੇ, ਜਦੋਂ ਮੇਰਾ ਜਨਾਜ਼ਾ ਚੱਕੋਗੇ ਤਾਂ ਮੇਰੇ ਹੱਥ ਬਾਹਰ ਕੱਢ ਦਿਓ ਮੇਰੀ ਅਰਥੀ ਦੇ ਵਿੱਚੋਂ, ਤਾਂ ਕਿ ਸਾਰੇ ਸੰਸਾਰ ਨੂੰ ਪਤਾ ਲੱਗੇ ਕਿ ਸਾਰੀ ਸ੍ਰਿਸ਼ਟੀ ਨੂੰ ਜਿੱਤਣ ਵਾਲਾ, ਸਾਰੇ ਧਰਤੀ ਨੂੰ ਜਿੱਤਣ ਵਾਲਾ ਰਾਜਾ ਵੀ ਸਿਕੰਦਰ ਵੀ ਖਾਲੀ ਹੱਥ ਹੀ ਗਿਆ ਹੈ। ਪਰ ਫਿਰ ਵੀ ਇਹ ਜੀਵ ਹੈ, ਇਤਨੀਆਂ ਧਾਰਨਾ ਦੇ ਨਾਲ, ਇਤਨੇ ਪ੍ਰਮਾਣਾਂ ਦੇ ਸਹਿਤ ਵੀ ਇਹ ਸਮਝਣਾ ਨਹੀਂ ਹੈ। ਅੱਜ ਦੇ ਸਮੇਂ ਦੇ ਵਿੱਚ ਗੁਰਮੁਖ ਪਿਆਰਿਓ ਆਪਾਂ ਦੇਖਣਾ ਕਿ ਕਿਸ ਨੂੰ ਨਹੀਂ ਪਤਾ ਕਿ ਜਿਹੜੀ ਮਾਇਆ ਇਕੱਤਰ ਕਰਦੇ ਹਾਂ ਇਹ ਨਾਲ ਨਹੀਂ ਜਾਂਦੀ। ਪਰ ਇਹ ਫਿਰ ਵੀ ਇਹ ਜੀਵ ਮੋਹ ਦੇ ਵਿੱਚ ਫਸ ਕੇ, ਪਰਿਵਾਰ ਦੇ ਮੋਹ ਦੇ ਵਿੱਚ ਫਸ ਕੇ ਇਸ ਮਾਇਆ ਦੇ ਵਿੱਚ ਲੱਗਿਆ ਹੈ। ਸਤਿਗੁਰੂ ਜੀ ਆਪਣੀ ਬਾਣੀ ਅੰਦਰ ਫਰਮਾਉਂਦੇ ਨੇ, ਭਾਈ ਜਿੰਨਾ ਵੀ ਰਾਜ ਭਾਗ ਹੈ, ਜਿੰਨਾ ਵੀ ਮਾਇਆ ਹੈ, ਇਹ ਇੱਕ ਰੱਤੀ ਕੋ ਮਾਤਰ ਵੀ ਨਾਲ ਨਹੀਂ ਜਾਂਦੀ। ਕੋਈ ਜਿਤਨੀ ਮਰਜ਼ੀ ਇਕੱਤਰ ਕਰ ਲਵੇ, ਕੋਈ ਮਰਜ਼ੀ ਜੋੜ ਲਵੇ, ਪਰ ਇੱਕ ਮਾਤਰ ਵੀ ਨਾਲ ਨਹੀਂ ਜਾਂਦੀ। ਖਾਲੀ ਹੱਥ ਇਹ ਮਨੁੱਖ ਸੰਸਾਰ ਦੇ ਵਿੱਚ ਆਇਆ ਸੀ ਤੇ ਖਾਲੀ ਹੱਥ ਹੀ ਜਾਣਾ ਹੈ। ਇਸ ਕਰਕੇ ਜੋ ਮਾਇਆ ਇਕੱਤਰ ਕਰਨੀ, ਇਸ ਦੇ ਵਿੱਚ ਵੀ ਕੋਈ ਸੁੱਖ ਨਹੀਂ ਹੈ, ਇਹ ਵੀ ਇੱਕ ਦੁੱਖ ਰੂਪ ਹੀ ਹੈ। ਮਿਸ਼ਟੰ ਸਾਧ ਸੰਗ ਹਰ ਨਾਨਕ ਦਾਸ, ਮਿਸ਼ਟੰ ਪ੍ਰਭ ਦਰਸਨੰ। ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ, ਭਾਈ ਇਹ ਸਭ ਪਦਾਰਥ ਕੌੜੇ ਨੇ, ਇਹਨਾਂ ਦੇ ਵਿੱਚ ਕੋਈ ਮਿੱਠਤਾ ਨਹੀਂ। ਇਹ ਗੁਰਮੁਖ ਪਿਆਰਿਓ ਜਿਹੜੇ ਵਿਸ਼ੇ ਵਿਕਾਰਾਂ ਦਾ ਸੁੱਖ ਹੈ ਜਾਂ ਮਾਇਆ ਦਾ ਸੁੱਖ ਹੈ, ਇਸ ਤਰ੍ਹਾਂ ਮੰਨ ਲਓ ਜਿਸ ਤਰ੍ਹਾਂ ਆਪਾਂ ਨੂੰ ਕੋਈ ਮਿੱਟੀ ਦੇ ਭਾਂਡੇ ਦੇ ਵਿੱਚ ਜ਼ਹਿਰ ਪਾ ਕੇ ਦੇ ਦੇਵੇ, ਕੋਈ ਸੋਨੇ ਦੇ ਭਾਂਡੇ ਦੇ ਵਿੱਚ ਜ਼ਹਿਰ ਪਾ ਕੇ ਦੇ ਦੇਵੇ, ਜਾਂ ਕੋਈ ਲੱਡੂ ਤੇ ਜ਼ਹਿਰ ਲਾ ਕੇ ਦੇ ਦੇਵੇ, ਹੈ ਤਾਂ ਮਿੱਠਾ ਪਰ ਅੰਤ ਦੇ ਸਮੇਂ ਦੇ ਵਿੱਚ ਮੌਤ ਰੂਪ ਹੈ। ਅੰਤ ਦੇ ਸਮੇਂ ਦੇ ਵਿੱਚ ਨਰਕ ਦੇ ਦੁਆਰ ਤੇ ਲੈ ਕੇ ਜਾਣ ਵਾਲਾ ਹੈ। ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਇਹਨਾਂ ਦੇ ਵਿੱਚ ਕੋਈ ਸੁੱਖ ਨਹੀਂ ਹੈ, ਮਿੱਠੇ ਨਹੀਂ ਪਦਾਰਥ, ਪਰ ਮਿੱਠਾ ਕੀ ਹੈ? ਸਤਿਗੁਰੂ ਜੀ ਫਰਮਾਉਂਦੇ ਨੇ, ਮਿਸ਼ਟੰਗ ਸਾਧ ਸੰਗ ਹਰ ਨਾਨਕ ਹੈ। ਭਾਈ ਜਿਹੜੇ ਸਾਧੂਆਂ ਦੀ ਸੰਗਤ ਹੈ, ਸ੍ਰੇਸ਼ਟ ਮਹਾਂਪੁਰਖਾਂ ਦੀ ਸੰਗਤ ਹੈ, ਸੰਗਤ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾ ਬਖਾਣੀ ਹੈ, ਜਿੱਥੇ ਸਿਰਫ ਵਾਹਿਗੁਰੂ ਪਰਮੇਸ਼ਰ ਨੂੰ ਸਿਮਰਿਆ ਜਾਂਦਾ ਹੈ, ਵਾਹਿਗੁਰੂ ਪਰਮੇਸ਼ਰ ਨੂੰ ਧਿਆਇਆ ਜਾਂਦਾ ਹੈ, ਅਜਿਹੀ ਸੰਗਤ ਦੇ ਵਿੱਚ ਉਹ ਸੰਗਤ ਕਰਨੀ, ਉਹ ਉੱਥੇ ਜਾ ਕੇ ਸੁੱਖ ਹੈ, ਉਹ ਮਿੱਠੀ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਸਤਿਗੁਰੂ ਜੀ ਆਪਣੀ ਗੁਰਬਾਣੀ ਅੰਦਰ ਫਰਮਾਉਂਦੇ ਨੇ,
ਜਿਨ੍ਹਾਂ ਨੇ ਸੰਗਤ ਕੀਤੀ, ਭਾਵੇਂ ਗੁਰਮੁਖ ਪਿਆਰਿਓ ਸਤਿਗੁਰੂ ਜੀ ਫਰਮਾਉਂਦੇ ਨੇ ਭਾਵੇਂ ਮਨ ਨਹੀਂ ਲੱਗਿਆ, ਜੇ ਸਰੀਰ ਕਰਕੇ ਵੀ ਕਿਸੇ ਨੇ ਸੰਗਤ ਕੀਤੀ ਹੈ, ਜੇ ਸਰੀਰ ਕਰਕੇ ਵੀ ਸਤਿਗੁਰੂ ਜੀ ਦੇ ਗੁਣ ਗਾਏ ਨੇ, ਉਹਨਾਂ ਗੁਣਾਂ ਦੇ ਕਾਰਨ ਸਤਿਗੁਰੂ ਮਹਾਰਾਜ ਜੀ ਨੇ ਮੁਕਤੀ ਦਿੱਤੀ ਹੈ। ਪਰ ਜਿਨ੍ਹਾਂ ਨੇ ਮਨ ਵੀ ਲਾਇਆ ਹੈ ਉਹਨਾਂ ਦੀ ਫਿਰ ਗੱਲ ਕਹਿਵੇ ਕੋ ਸ਼ੋਭਾ ਨਹੀਂ। ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਸਾਧ ਸੰਗਤ ਦੇ ਵਿੱਚ ਜਿੱਥੇ ਕਥਾ ਵਿਚਾਰ ਹੁੰਦੀ ਹੈ, ਸਤਿਗੁਰੂ ਜੀ ਦੇ ਗੁਣ ਗਾਏ ਜਾਂਦੇ, ਇਸ ਦੇ ਵਿੱਚ ਹੀ ਸੁੱਖ ਹੈ, ਇਸ ਦੇ ਵਿੱਚ ਹੀ ਆਨੰਦ ਹੈ। ਤੇ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਨੂੰ ਆਨੰਦ ਕਿੱਥੇ ਹੁੰਦਾ ਹੈ? ਜਦੋਂ ਫਿਰ ਵਾਹਿਗੁਰੂ ਪਰਮੇਸ਼ਰ ਦਰਸ਼ਨ ਦੇ ਦੇਵੇ, ਉਹ ਫਿਰ ਦਰਸ਼ਨਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਨੂੰ ਆਨੰਦ ਹੁੰਦਾ ਹੈ, ਉਹ ਫਿਰ ਦਰਸ਼ਨ ਹੀ ਮਿੱਠੇ ਨੇ। ਲਗੜਾ ਸੋਨੇ ਹੋ ਮਨ ਮਝਾਹੂ ਰਤਿਆ। ਗੁਰਮੁਖ ਕਰ ਜਿਨ੍ਹਾਂ ਦਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਨੇਹ ਲੱਗ ਜਾਂਦਾ ਹੈ, ਵਾਹਿਗੁਰੂ ਪਰਮੇਸ਼ਰ ਨਾਲ ਪ੍ਰੇਮ ਲੱਗ ਜਾਂਦਾ ਹੈ, ਮਨ ਮਝਾਹੂ ਰਤਿਆ, ਤੇ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੇ ਵਿੱਚ ਹੀ ਅਪੇਦ ਹੋ ਜਾਂਦੇ ਨੇ। ਜਿਸ ਤਰ੍ਹਾਂ ਗੁਰਮੁਖ ਪਿਆਰੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੇਵਾ ਕਰਦੇ ਨੇ। ਸਤਿਗੁਰੂ ਜੀ ਦੀ ਸੇਵਾ ਕਰਦੇ, ਜੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਇਹ ਮੁਰਦਾ ਪਿਆ, ਇਸ ਨੂੰ ਛਕਣਾ ਕਰੋ, ਇਸ ਨੂੰ ਖਾਵੋ, ਤਾਂ ਸਤਿਗੁਰੂ ਮਹਾਰਾਜ ਜੀ ਦੀ ਆਗਿਆ ਮੰਨੀ। ਅਜਿਹੀ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਉਹ ਮੁਰਦਾ ਸਤਿਗੁਰੂ ਮਹਾਰਾਜ ਜੀ ਨੇ ਕੜਾਹ ਪ੍ਰਸਾਦ ਬਣਾ ਦਿੱਤਾ। ਤੇ ਵਾਹਿਗੁਰੂ ਪਰਮੇਸ਼ਰ ਦੇ ਰੂਪ ਦੇ ਵਿੱਚ ਹੀ ਅਪੇਦ ਹੋ ਗਏ ਨੇ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਰੂਪ ਹੀ ਹੋ ਗਏ ਨੇ। ਤੇ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਇਸ ਤਰ੍ਹਾਂ ਹੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ ਕੀਤੀ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਮੁਖ ਪਿਆਰਿਓ 12 ਸਾਲ ਬਿਆਸ ਦੇ ਦਰਿਆ ਤੋਂ ਸਤਿਗੁਰੂ ਮਹਾਰਾਜ ਜੀ ਦੇ ਇਸ਼ਨਾਨ ਦੇ ਵਾਸਤੇ ਗਾਗਰ ਢੋਈ ਹੈ। ਅਜਿਹੀ ਸੇਵਾ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਪ੍ਰਵਾਨ ਹੈ। ਅਜਿਹੀ ਸੇਵਾ ਦੇ ਨਾਲ ਹੀ ਸੁੱਖ ਪ੍ਰਾਪਤ ਹੋ ਜਾਂਦੇ ਨੇ। ਜਿਹਨੇ ਇਸ ਤਰ੍ਹਾਂ ਸੇਵਾ ਕੀਤੀ ਤਾਂ ਸਤਿਗੁਰੂ ਮਹਾਰਾਜ ਜੀ ਨੇ ਜਗਤ ਦੇ ਮਾਲਕ ਬਣਾ ਦਿੱਤਾ ਤੇ ਵਾਹਿਗੁਰੂ ਪਰਮੇਸ਼ਰ ਦੇ ਰੂਪ ਦੇ ਵਿੱਚ ਹੀ ਅਪੇਦ ਹੋ ਗਏ ਨੇ। ਜੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਕਿ ਭਾਈ ਸਾਡਾ ਸਾਥ ਛੱਡ ਦੇਵੋ, ਸ੍ਰੀ ਗੁਰੂ ਭਾਈ ਲਹਿਣਾ ਜੀ ਨੂੰ ਕਿਹਾ ਕਿ ਸਾਡਾ ਸਾਥ ਛੱਡ ਦੇਵੋ, ਤਾਂ ਫਿਰ ਵੀ ਸਾਥ ਨਹੀਂ ਛੱਡਿਆ। ਇਤਨੇ ਪਰਚੇ ਪਾਏ ਗੁਰਮੁਖ ਪਿਆਰਿਓ, ਸਤਿਗੁਰੂ ਮਹਾਰਾਜ ਜੀ ਸਾਰੇ ਪਰਚਿਆਂ ਦੇ ਵਿੱਚ ਸਫਲ ਹੋਏ ਨੇ। ਸਿਰਫ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਲੱਗਣ ਦੇ ਕਾਰਨ, ਜਿਨ੍ਹਾਂ ਦਾ ਪ੍ਰੇਮ ਲੱਗਿਆ ਹੈ ਉਹ ਫਿਰ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਤੋਂ ਬਿਨਾ ਇੱਕ ਖਿਣ ਵੀ, ਇੱਕ ਰੱਤੀ ਕੋ ਮਾਤਰ ਵੀ ਦਰਸ਼ਨ ਕੀਤੇ ਤੋਂ ਬਿਨਾ ਰਹਿ ਨਹੀਂ ਸਕਦੇ। ਜਿਤਨੇ ਵੀ ਸੰਸਾਰ ਦੇ ਪਦਾਰਥ ਨੇ, ਜਿਤਨੇ ਵੀ ਸੰਸਾਰ ਦੇ ਭੋਗ ਪਦਾਰਥ ਨੇ, ਸਭ ਫਿੱਕੇ ਲੱਗਦੇ ਨੇ। ਸਿਰਫ ਇੱਕ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਹੀ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਮੁਖ ਪਿਆਰੇ ਬਹੁਤੇ ਜ਼ਿਆਦਾ ਲੋਕ ਕਹਿੰਦੇ ਨੇ, ਨਿੰਦਾ ਲੋਕ ਕਰਦੇ ਨੇ ਕਿ ਇਹਨਾਂ ਦੀ ਬਹੁਤੀ ਜ਼ਿਆਦਾ ਵੱਡੀ ਉਮਰ ਹੋ ਗਈ, ਇਹਨਾਂ ਨੂੰ ਘਰ ਦੇ ਵਿੱਚੋਂ ਕੱਢ ਦਿੱਤਾ ਹੈ, ਸਰੀਰ ਤੇ ਬੜੇਪਾ ਹੈ, ਕੋਈ ਜ਼ਿਆਦਾ ਕੰਮ ਨਹੀਂ ਕਰ ਸਕਦੇ। ਇਹ ਡਰ ਹੈ ਕਿ ਸਾਨੂੰ ਗੁਰੂ ਘਰ ਦੇ ਵਿੱਚੋਂ ਵੀ ਨਾ ਕੱਢ ਦਿੱਤਾ ਜਾਵੇ, ਗੁਰੂ ਘਰ ਤੋਂ ਸਾਨੂੰ ਕੱਢ ਨਾ ਦਿੱਤਾ ਜਾਵੇ। ਇਸ ਕਰਕੇ ਬਹੁਤਾ ਜ਼ਿਆਦਾ ਨਿਮਾਣੇ ਹੋ ਕੇ ਰਹਿੰਦੇ ਨੇ, ਬੜੀ ਨਿਮਰਤਾ ਦੇ ਵਿੱਚ ਆ ਕੇ ਸੇਵਾ ਕਰਦੇ ਨੇ, ਕਿਸੇ ਨੂੰ ਕੁਝ ਨਹੀਂ ਬੋਲਦੇ, ਸਿਰਫ ਸੇਵਾ ਦੇ ਵਿੱਚ ਬਿਰਤੀ ਰੱਖਦੇ ਨੇ। ਇਸ ਤਰ੍ਹਾਂ ਜਦੋਂ ਬਹੁਤੀ ਜ਼ਿਆਦਾ ਪ੍ਰੇਮ ਹੈ ਸਿਰਫ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦੇ ਵਿੱਚ। ਜੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਭਾਈ ਬਾਬਾ ਦਾਤੂ ਜੀ ਨੇ ਵੀ ਲੱਤ ਵੀ ਮਾਰੀ ਹੈ ਨਾ ਗੁਰਮੁਖ ਪਿਆਰਿਓ, ਤਾਂ ਵੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਹੱਥ ਹੀ ਜੋੜੇ ਕਿ ਤੁਸੀਂ ਗੁਰਾਂ ਦੇ ਪੁੱਤਰ ਹੋ, ਕਿ ਤੁਸੀਂ ਬਾਬਾ ਜੀ, ਤੁਸੀਂ ਭਾਈ ਸਾਹਿਬ ਜੀ, ਤੁਸੀਂ ਗੁਰਾਂ ਦੇ ਪੁੱਤਰ ਹੋ। ਸਾਡਾ ਸਰੀਰ ਬਹੁਤਾ ਹੀ ਜ਼ਿਆਦਾ, ਸਰੀਰ ਤੇ ਬੜੇਪਾ ਹੈ ਸਾਡੇ, ਜਿਹੜੇ
ਅੰਗ ਪੈਰ ਨੇ ਬਹੁਤੇ ਜ਼ਿਆਦਾ ਸਖਤ ਹੋ ਗਏ ਨੇ, ਤੁਹਾਡੇ ਚਰਨ ਪੋਲੇ ਨੇ, ਤੁਹਾਡੇ ਸਰੀਰ, ਤੁਹਾਡੇ ਚਰਨਾਂ ਤੇ ਦਰਦ ਹੋਵੇਗਾ, ਤੁਹਾਨੂੰ ਚੋਟ ਲੱਗੀ ਹੋਵੇਗੀ। ਸਿਰਫ ਇੱਕ ਨਿਮਰਤਾ ਦੇ ਵਿੱਚ, ਇੱਕ ਪ੍ਰੇਮ ਦੇ ਵਿੱਚ। ਲੱਗੜਾ ਸੁਨੇਹੋ ਮਨ ਮਜਾਊ ਰਤਾ, ਜਿਨ੍ਹਾਂ ਦਾ ਫਿਰ ਵਾਹਿਗੁਰੂ ਪਰਮੇਸ਼ਰ ਨਾਲ ਪ੍ਰੇਮ ਲੱਗ ਜਾਂਦਾ ਹੈ, ਸੰਗਤ ਦੇ ਵਿੱਚ ਆ ਕੇ ਪ੍ਰੇਮ ਲੱਗ ਜਾਂਦਾ ਹੈ, ਫਿਰ ਉਹਨਾਂ ਦਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਲਿਵ ਜੁੜ ਜਾਂਦੀ ਹੈ। ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੇ ਵਿੱਚ ਹੀ ਅਪੇਦ ਹੋ ਜਾਂਦੇ ਨੇ। ਹਰ ਜਨ ਤੂੰ ਹੀ ਏਕ ਹੈ, ਵਿਭ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੇ ਸਮਾਏ। ਇਸ ਤਰ੍ਹਾਂ ਦੀ ਬਿਰਤੀ ਹੋ ਜਾਂਦੀ ਹੈ ਕਿ ਵਾਹਿਗੁਰੂ ਪਰਮੇਸ਼ਰ ਦਾ ਰੂਪ ਹੀ ਹੋ ਜਾਂਦੇ ਨੇ। ਵਿਦੜੋ ਸਚ ਥੋਕ ਨਾਨਕ ਮਿਠੜਾ ਸੋਤਣੀ। ਭਾਈ ਉਹਨਾਂ ਨੂੰ ਫਿਰ ਪਤਾ ਲੱਗ ਜਾਂਦਾ ਕਿ ਜਿਤਨੇ ਵੀ ਪਦਾਰਥ ਨੇ ਇਹ ਸਭ ਨਾਸਵੰਤ ਨੇ, ਸਿਰਫ ਇੱਕ ਵਾਹਿਗੁਰੂ ਪਰਮੇਸ਼ਰ ਪਿਆਰਾ, ਵਾਹਿਗੁਰੂ ਪਰਮੇਸ਼ਰ ਜਿਹੜਾ ਸਾਤਾ ਹੈ ਉਹ ਰਹਿਣ ਵਾਲਾ ਹੈ। ਵਿਦੜੋ ਸੱਚ ਥੋਕ ਨਾਨਕ ਮਿਠੜਾ ਸੋਤਣੀ। ਜਦੋਂ ਵਾਹਿਗੁਰੂ ਪਰਮੇਸ਼ਰ ਵਸ ਜਾਂਦਾ ਹੈ ਤਾਂ ਫਿਰ ਵਾਹਿਗੁਰੂ ਪਰਮੇਸ਼ਰ ਹੀ ਸਿਰਫ ਇੱਕ ਮਿਠੜਾ ਹੈ। ਵਾਹਿਗੁਰੂ ਪਰਮੇਸ਼ਰ ਇਕੱਲਾ ਇੱਕ ਸੁੱਖ ਦੇਣ ਵਾਲਾ ਹੈ, ਤੇ ਵਾਹਿਗੁਰੂ ਪਰਮੇਸ਼ਰ ਨੂੰ ਫਿਰ ਸਿਮਰਨਾ ਕਰਦੇ ਨੇ ਸਾਧੂ ਮਹਾਂਪੁਰਖ। ਪੌੜੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ, ਹਰ ਬਿਨ ਕਛੂ ਨਾ ਲਾਗਈ ਭਗਤਨ ਕੋ ਮੀਠਾ। ਭਾਈ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਨੂੰ ਭਗਤੀ ਤੋਂ ਬਿਨਾ, ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਤੋਂ ਬਿਨਾ ਹੋਰ ਵੀ ਕਿਸ ਨੇ ਵੀ ਸੰਸਾਰ ਦੇ ਪਦਾਰਥ ਨੇ, ਕਿਸੇ ਵੀ ਸੰਸਾਰ ਦੇ ਪਦਾਰਥਾਂ ਦੇ ਵਿੱਚ ਚਿੱਤ ਨਹੀਂ ਲੱਗਦਾ, ਹੋਰ ਕੁਝ ਵੀ ਮਿੱਠਾ ਨਹੀਂ ਲੱਗਦਾ। ਗੁਰਮੁਖ ਪਿਆਰੇ ਸੰਤ ਬਾਬਾ ਠਾਕ ਸਿੰਘ ਜੀ ਮਹਾਂਪੁਰਖ ਦਮਦਮੀ ਟਕਸਾਲ ਵਾਲੇ, ਇਤਨੀ ਬਿਰਤੀ ਜੁੜੀ ਹੈ ਨਾਮ ਦੇ ਵਿੱਚ, ਇਤਨੀ ਭਗਤੀ ਦੇ ਵਿੱਚ ਲੀਨ ਨੇ ਕਿ ਜਿਤਨੇ ਵੀ ਆਪਣੇ ਪ੍ਰਸਾਦੇ ਦੇ ਵਿੱਚ, ਆਪਣੀ ਦਾਲ ਦੇ ਵਿੱਚ ਲਸਣ ਵੀ ਨਹੀਂ ਪਾਉਂਦੇ। ਰਸਾਂ ਕਸਾਂ ਤੋਂ ਬਹੁਤੇ ਨਿਰਲੇਪ ਨੇ। ਇਹੋ ਰਸ ਛਾੜੇ ਉਹ ਰਸ ਆਵਾ, ਇਹ ਰਸ ਪੀ ਉਹ ਰਸ ਪੀਆ, ਇਹ ਰਸ ਨਹੀਂ ਪਾਵਾ। ਜਦੋਂ ਇਹ ਰਸ ਛੱਡ ਦਿੱਤੇ ਤਾਂ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦਾ ਰਸ ਆਇਆ। ਭਗਤੀ ਦਾ ਰਸ ਆਇਆ ਨਾ ਗੁਰਮੁਖ ਪਿਆਰਿਓ, ਫਿਰ ਇਹ ਜਿਤਨੇ ਵੀ ਸੰਸਾਰ ਦੇ ਆਨੰਦ ਨੇ ਉਹ ਸਭ ਨਾਸਵੰਤ ਨੇ, ਉਹਨਾਂ ਦੇ ਵਿੱਚ ਚਿੱਤ ਨਹੀਂ ਲੱਗਦਾ। ਪ੍ਰਾਤਨ ਸਿੰਘ ਦੱਸਦੇ ਨੇ ਕਿ ਬਾਬਾ ਜੀ ਆਪਣੀ ਸਬਜ਼ੀ ਦੇ ਵਿੱਚ ਵੀ ਕੋਈ ਲਸਣ ਵੀ ਨਹੀਂ ਪਾਉਂਦੇ ਸਨ। ਆਨ ਸਵਾਦ ਸਾ ਫੀਕਿਆ, ਹਰ ਬਿਨ ਕਛੂ ਨਾ ਲਾਗਈ ਭਗਤਨ ਕੋ ਮੀਠਾ। ਫਿਰ ਵਾਹਿਗੁਰੂ ਪਰਮੇਸ਼ਰ ਦੇ ਪਿਆਰ ਨੂੰ ਸਿਮਰਨ ਭਗਤੀ ਤੋਂ ਬਿਨਾ ਹੋਰ ਕਿਤੇ ਵੀ ਪਦਾਰਥ ਨੇ ਉਹਨਾਂ ਦੇ ਵਿੱਚ ਮਿੱਠਤਾ ਨਹੀਂ ਲੱਗਦੀ, ਉਹਨਾਂ ਦੇ ਵਿੱਚ ਚਿੱਤ ਨਹੀਂ ਲੱਗਦਾ। ਆਨ ਸਵਾਦ ਸਭ ਫੀਕਿਆ ਕਰ ਨਿਰਨਉ ਡੀਠਾ। ਭਾਈ ਨਿਰਣਾ ਕਰਕੇ ਦੇਖ ਲਿਆ ਹੈ, ਖੋਜ ਕੇ ਦੇਖ ਲਿਆ ਹੈ ਭਾਈ, ਜਿਤਨੇ ਵੀ ਪਦਾਰਥ ਨੇ ਹੋਰ ਸਭ ਪਦਾਰਥ ਮਿੱਠੜੇ ਨੇ, ਕੋਈ ਵੀ ਮਿੱਠਾ ਨਹੀਂ ਹੈ, ਸਭ ਫਿੱਕੇ ਨੇ। ਵਾਹਿਗੁਰੂ ਪਰਮੇਸ਼ਰ ਤੋੜਨ ਵਾਲੇ ਨੇ। ਸਿਰਫ ਇੱਕ ਸਾਧ ਸੰਗਤ ਹੀ ਮਿੱਠਤਾ ਹੈ, ਸਾਧ ਸੰਗਤ ਹੀ ਸੁਖ ਦੇਣ ਵਾਲੀ ਹੈ। ਅਗਿਆਨ ਭਰਮ ਦੁਖ ਕੱਟਿਆ ਗੁਰ ਭਏ ਬਸੀਠਾ। ਅਜਿਹੀ ਸੰਗਤ ਦੇ ਵਿੱਚ ਮਿਲਣ ਦੇ ਨਾਲ ਜਦ ਸਤਿਗੁਰ ਮਹਾਰਾਜ ਵਿਚੋਲੇ ਬਣ ਜਾਂਦੇ ਨੇ, ਤੇ ਜਦੋਂ ਸਾਧੂ ਮਹਾਂਪੁਰਖ ਵਿਚੋਲੇ ਬਣ ਜਾਂਦੇ ਨੇ, ਘੋਲ ਕਮਾਈ ਤੇ ਸਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ। ਜਿਨ੍ਹਾਂ ਦੇ ਨਾਲ ਮਿਲ ਕੇ, ਜਿਨ੍ਹਾਂ ਨੂੰ ਵਿੱਚ ਪਾ ਕੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਜਾਈਦਾ, ਵਾਹਿਗੁਰੂ ਪਰਮੇਸ਼ਰ ਦਾ ਰੂਪ ਹੋ ਜਾਈਦਾ। ਅਜਿਹੇ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਦੀ ਅਗਿਆਨ ਭਰ ਦੁੱਖ ਕੱਟਿਆ ਦੇ ਅਜਿਹੇ ਵਾਹਿਗੁਰੂ ਪਰਮੇਸ਼ਰ ਦੀ ਸੰਗਤ ਕਰਦੇ ਨਾਲ, ਸਾਧੂਆਂ ਦੀ ਸੰਗਤ ਕਰਦੇ ਨਾਲ ਜੋ ਅਗਿਆਨ ਸੀ, ਜਿਸ ਨੂੰ ਸੰਸਾਰ ਨੂੰ ਸਦਾ ਸਤ ਕਰਕੇ ਮੰਨਦੇ ਸਨ, ਸੰਸਾਰ ਨੂੰ ਸਦਾ ਹੀ ਸਤ ਕਰਕੇ ਮੰਨਦੇ ਸਨ, ਉਹ ਫਿਰ ਅਗਿਆਨ ਵੀ ਨਾਸ਼ ਹੋ ਗਿਆ। ਜਿਹੜੇ 5 ਪ੍ਰਕਾਰ ਦਾ ਭਰਮ ਸੀ ਉਹ ਨਾਸ਼ ਹੋ ਗਿਆ ਹੈ। ਤੇ ਸਤਿਗੁਰੂ ਮਹਾਰਾਜ ਜਦੋਂ ਵਿਚੋਲੇ ਹੋ ਗਏ, ਜਦੋਂ ਸਾਧੂ ਸੰਤ ਵਿਚੋਲੇ ਹੋਏ ਨੇ, ਤਾਂ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਹੋ ਗਈ ਹੈ। ਸੰਗਤ ਕਰਦੇ ਨਾਲ ਜਿਤਨਾ ਵੀ ਹੰਕਾਰ ਸੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਦੂਰ ਹੋ ਗਿਆ, ਜਿਤਨਾ ਵੀ ਅਗਿਆਨ ਸੀ ਉਹ ਸਭ ਨਾਸ਼ ਹੋ ਗਿਆ ਹੈ। ਚਰਨ ਕਮਲ ਮਨ ਬੇਦਿਆ ਜਿਉ ਰੰਗ ਮਜੀਠਾ। ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਚਰਨ ਕਮਲ ਮਨ ਬੇਦਿਆ, ਤੇ ਵਾਹਿਗੁਰੂ ਪਰਮੇਸ਼ਰ ਦੇ ਚਰਨ ਕਮਲਾਂ ਦੇ ਵਿੱਚ ਮਨ ਬਿੰਨਿਆ ਗਿਆ, ਵਾਹਿਗੁਰੂ ਪਰਮੇਸ਼ਰ ਦੇ ਵਿੱਚ ਇਹ ਭੇਦ ਹੋ ਗਏ। ਜਿਉ ਰੰਗ ਮਜੀਠਾ, ਜਿਸ ਤਰ੍ਹਾਂ ਮਜੀਠਾ ਦਾ ਰੰਗ ਗੁਰਮੁਖ ਪਰ ਪੱਕਾ ਲੱਗ ਜਾਂਦਾ ਹੈ, ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਿਰਫ ਲਿਵ ਜੁੜ ਗਈ ਹੈ। ਹੋਰ ਸਭ ਪਦਾਰਥਾਂ ਦੇ ਵੱਲੋਂ ਸੰਸਾਰ ਦੇ ਨਾਲ ਲਿਵ ਜੁੜ ਕੇ ਟੁੱਟ ਕੇ ਸਿਰਫ ਵਾਹਿਗੁਰੂ ਪਰਮੇਸ਼ਰ ਨਾਲ ਜੁੜ ਗਈ ਹੈ। ਜਿਉ ਪ੍ਰਾਣ ਤਨ ਮਨ ਪ੍ਰਭੂ ਬਿਨ ਸੇ ਸਭ ਝੂਠਾ। ਭਾਈ ਜਿਤਨੇ ਵੀ ਫਿਰ ਇਤਨੀ ਬਿਰਤੀ ਲੱਗ ਜਾਂਦੀ, ਜਿਉ ਪ੍ਰਾਣ
ਫਿਰ ਪ੍ਰਾਣ ਨੇ ਜਿਹੜਾ ਤਨ ਮਨ ਪ੍ਰਭੂ ਤੇ ਤਨ ਮਨ ਦੇ ਨਾਲ ਪ੍ਰਾਣਾਂ ਦੇ ਨਾਲ ਵਾਹਿਗੁਰੂ ਪਰਮੇਸ਼ਰ ਨੂੰ ਸੰਬੰਧਾਂ ਕਰਦੇ ਨੇ। ਬਿਨ ਸੇ ਸਭ ਝੂਠਾ ਔਰ ਸਭ ਸੰਸਾਰ ਨੂੰ ਝੂਠ ਸਮਝਦੇ ਨੇ। ਜੀਓ ਪ੍ਰਾਣ ਤਨ ਮਨ ਪ੍ਰਭੂ। ਤੇ ਇਸ ਤਰ੍ਹਾਂ ਭਾਈ ਜਦੋਂ ਵਾਹਿਗੁਰੂ ਪਰਮੇਸ਼ਰ ਤਨ ਮਨ ਦੇ ਨਾਲ ਧਿਆਉਣਾ ਕਰਦੇ ਆ ਜਾਂ ਫਿਰ ਸੰਸਾਰ ਦੇ ਜਿਹੜੇ ਜਿਤਨੇ ਵੀ ਪਦਾਰਥ ਨੇ ਇਸ ਨੂੰ ਨਾਸਵੰਤ ਸਮਝ ਲਈਦਾ ਹੈ। ਸ਼ਲੋਕ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ਾਂ ਕਰਦੇ ਨੇ। ਸੋ ਕਥਾ ਵਿਚਾਰ ਕਰਦਿਆਂ ਤੋਂ ਸਤਿਗੁਰੂ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ। ਸਤਿਗੁਰੂ ਜੀ ਸਤਿਗੁਰ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਇਸ ਵੇਲੇ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੋ ਜੀ। ਚਾਰਨ ਕਮਲ ਮਨ ਵੇਦਿਆ ਜਿਉ ਰੰਗ ਮਜੀਠਾ। ਜਿਉ ਪ੍ਰਾਣ ਤਨ ਮਨ ਪ੍ਰਭੂ ਬਿਨ ਸੇ ਸਭ ਸਭ ਝੂਠਾ। ਝੂਠਾ। ਵਾਹਿਗੁਰੂ ਜੀ ਕਾ ਖਾਲਸਾ